ਕੱਲ ਉਹਦੀ ਵਜ੍ਹਾ ਨਹੀਂ ਇਹਨੂੰ ਕੁੱਟਦਾ, ਇਹਦੀ ਵਜ੍ਹਾ ਨਾਲ ਏਦਾਂ ਹੁੰਦੀ ਹੈ। ਸ਼ੱਕਰ ਮੁੜ ਕੇ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਪੈ ਜਾਣਾ। ਜਾਓ ਉਹਦੇ ਪਾਪਾ ਨਾਲ ਕਰੋ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੇ ਹਾਂ, ਜੋ ਨਿਤਾ ਪ੍ਰਤੀ ਗੁਰਮਤਿ ਦੀ ਕਲਾਸ ਵਿੱਚ ਜੁੜ ਰਹੇ ਹਾਂ। ਗੁਰੂ ਸਾਹਿਬ ਨੇ ਬੜੀ ਰਹਿਮਤ ਕੀਤੀ ਹੈ, ਪਰਉਪਕਾਰ ਕੀਤਾ ਹੈ। ਆਪਣੇ ਸਿੱਖਾਂ ਦਾ ਇਤਿਹਾਸ ਸਾਡੇ ਕੰਨਾਂ ਵਿੱਚ ਸਾਡੀ ਰਸਨਾ ਤੋਂ ਉਚਾਰਨ ਕਰਵਾ ਕੇ ਸਾਡੇ ਜੀਵਨ ਨੂੰ ਤਬਦੀਲ ਕਰਨ ਵਿੱਚ ਸਹਾਇਕ ਹੋ ਰਿਹਾ ਹੈ। ਸੋ ਬੜੇ ਹੀ ਵਡਭਾਗੇ ਹਾਂ। ਸਤਿਗੁਰੂ ਨੇ ਰਹਿਮਤ ਕੀਤੀ ਹੈ। ਅਸੀਂ ਕੱਲ੍ਹ ਦੀ ਕਲਾਸ ਵਿੱਚ ਉਹਨਾਂ ਮਸੰਦਾਂ ਦਾ ਜ਼ਿਕਰ ਕਰ ਰਹੇ ਸਾਂ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਜਿਹੜੇ ਆ ਕੇ ਕਾਰ ਭੇਟਾ ਜਮ੍ਹਾਂ ਕਰਵਾਉਂਦੇ ਸਨ ਤੇ ਸੇਵਾ ਕਰਦੇ ਸਨ। ਸੁਚੱਜੇ ਸਿੱਖ ਜਿਹੜੇ ਗੁਰੂ ਮੱਤੀਏ ਸਨ, ਉਹ ਸਿੱਖ ਨੇ ਇਹ ਗੁਰੂ ਦੀ ਮੱਤ ਧਾਰਨ ਕਰਕੇ। ਸੋ ਇਹ ਪੌੜੀ ਜਿਹੜੀ ਸਕਰੀਨ ਦੇ ਉੱਤੇ ਸ਼ੇਅਰ ਕਰ ਦਿੱਤੀ ਹੈ, ਇਹ ਅਸੀਂ ਕੱਲ੍ਹ ਇਹਦਾ ਮੂਲ ਪਾਠ ਕੀਤਾ ਸੀ ਤੇ ਕੁਝ ਕੁ ਸਿੱਖਾਂ ਦਾ, ਮਸੰਦਾਂ ਦਾ, ਗੁਰੂ ਕੇ ਘਰ ਦੇ ਪਿਆਰੇ ਸਿੱਖਾਂ ਦਾ ਅਸੀਂ ਜਿਹੜਾ ਵਾ ਇਤਿਹਾਸ ਸਰਵਣ ਕੀਤਾ ਸੀ। ਅਗਲੇਰੇ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਹ ਹੁਣ ਅਸੀਂ ਸਰਵਣ ਕਰਨਾ ਹੈ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਅਸੀਂ ਫਿਰ ਇਹਦਾ ਮੂਲ ਪਾਠ ਜ਼ਰੂਰ ਕਰ ਲਈਏ, ਕਿਉਂਕਿ ਵਿਸ਼ੇ ਦੇ ਨਾਲ ਅਸੀਂ ਜੁੜਨਾ ਹੈ ਤੇ ਇਸ ਕਰਕੇ ਦਾਸ ਫਿਰ ਇੱਕ ਵਾਰੀ ਇਸ ਪੌੜੀ ਦਾ ਜਿਹੜਾ ਮੂਲ ਪਾਠ ਕਰੇਗਾ। ਆਪ ਸਭ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਜੀ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਦੀਪਾ ਕਾਸਰਾ ਗੁਰੂ ਦੁਆਰੇ ਹੁਕਮੀ ਬੰਦਾ, ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹਾ ਸੁਹੰਦਾ, ਅਜਬ ਅਜਾਇਬ ਸੰਗਿਆ ਉਮਰ ਸਾਹ ਗੁਰ ਸੇਵਕ ਰੰਦਾ, ਪੈੜਾ ਛੱਜਲ ਜਾਣੀਐ ਕੱਦੂ ਸੰਗਰ ਮਿਲੈ ਹਸੰਦਾ, ਪੁੱਤ ਸਪੁੱਤ ਕਪੂਰ ਦਿਓ ਸਿੱਖੈ ਮਿਲਿਆ ਮਨ ਵਿਗਸੰਦਾ, ਸੰਮਣ ਹੈ ਸਹਬਾਜਪੁਰ ਗੁਰ ਸਿੱਖਾਂ ਦੀ ਸਾਰ ਲਹੰਦਾ, ਜੋਧਾ ਜਲੋ ਤੁਲਸਪੁਰ ਮੋਹਣ ਆਲਮ ਗੰਜ ਰਹੰਦਾ, ਗੁਰਮੁਖ ਵੱਡੇ ਮਸੰਦਾ, ਗੁਰਮੁਖ ਵੱਡੇ ਮਸੰਦਾ। ਸੋ ਇਹ ਪੌੜੀ ਅਸੀਂ ਸਰਵਣ ਕੀਤੀ ਹੈ, ਜਿਸ ਵਿੱਚ ਅਸੀਂ ਪਹਿਲੀ ਪੰਕਤੀ ਦੇ ਸਿੱਖਾਂ ਦਾ ਵੀ ਜ਼ਿਕਰ ਕਰ ਲਿਆ ਸੀ। ਦੂਜੀ ਪੰਕਤੀ ਅੰਦਰ ਜਿਹੜੇ ਸਿੱਖ ਸਨ ਉਹਨਾਂ ਦਾ ਵੀ ਜ਼ਿਕਰ ਅਸੀਂ ਸਰਵਣ ਕੀਤਾ ਸੀ। ਜਿਸ ਤਰ੍ਹਾਂ ਪਹਿਲੀ ਵਿੱਚ ਭਾਈ ਦੀਪਾ ਕਾਸਰਾ, ਦੂਜੀ ਵਿੱਚ ਭਾਈ ਲਾਲਾ ਤੇ ਲੰਗਾ, ਤੇ ਤੀਸਰੀ ਜਿਹੜੀ ਸੀ ਅਜਬ ਅਜਾਇਬ ਉਮਰਸਾ। ਇਹ ਤਿੰਨੇ ਜਿਹੜੇ ਮਸੰਦ ਨੇ, ਜੇ ਇਹਨਾਂ ਮਸੰਦਾਂ ਬਾਰੇ ਅਸੀਂ ਜਿਹੜਾ ਸੀ ਉਹ ਆਪ ਜੀ ਨੇ ਸਭ ਨੇ ਸਰਵਣ ਕੀਤਾ ਹੈ। ਇੱਕ ਵਾਰ ਫਿਰ ਮੈਂ ਇੱਥੇ ਬੇਨਤੀ ਕਰਦਾ ਜਾਵਾਂ ਕਿ ਇਹ ਜਿਹੜੇ ਸਿੱਖ ਸਨ, ਜਦੋਂ ਗੁਰੂਦੁਆਰੇ ਵਿੱਚ ਆਣ ਕੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਣ ਕੇ ਤੇ ਗੁਰੂ ਦਰਸ਼ਨਾਂ ਵਾਸਤੇ ਤਾਂਘ ਰੱਖਦੇ ਹਨ, ਗੁਰੂ ਜੀ ਦੇ ਦਰਸ਼ਨ ਕਰਦੇ ਹਨ, ਤੇ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਗੁਰੂ ਘਰ ਦਾ ਜਿਹੜਾ ਧਨ ਹੈ ਉਹਨੂੰ ਕਿੱਕਰ ਜਾਣਦੇ ਜੇ? ਤੇ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਨੇ ਆਖਿਆ ਸੀ ਕਿ ਜਿਸ ਤਰ੍ਹਾਂ ਵੇਖ। ਸੋ ਸਤਿਗੁਰੂ ਜੀ ਨੇ ਇਹ ਬੜੀ ਰਹਿਮਤ ਕੀਤੀ ਹੈ, ਜਿਸ ਵਿੱਚ
ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਬੜੀਆਂ ਬਖਸ਼ਿਸ਼ਾਂ ਕੀਤੀਆਂ। ਹੁਣ ਅਗਲੀ ਸਾਖੀ ਜਿਹੜੀ ਹੈ, ਜਿਸ ਵਿੱਚ ਭਾਈ ਪੈੜਾ ਸੰਗਰ, ਅਸੀਂ ਵਿਚਾਰ ਆਰੰਭ ਕੀਤੀ ਸੀ, ਪਰ ਕੁਝ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਜਿਹੜਾ ਸੀ ਉਹ ਕਲਾਸ ਡਿਸਮਿਸ ਹੋ ਗਈ। ਸੋ ਮੈਂ ਵੇਲੇ ਦੇ ਮਸੰਦ ਨੇ ਤੇ ਇਹ ਆਏ ਨੇ ਤੇ ਆਣ ਕੇ ਆਖਦੇ ਨੇ ਕਿ ਪਾਤਸ਼ਾਹ ਰਹਿਮਤ ਕਰੋ, ਰਹਿਮਤ ਕਰੋ ਕਿ ਸਾਨੂੰ ਜਿਹੜਾ ਸਾਡਾ ਉਧਾਰ ਹੈ ਉਹ ਹੋਵੇ ਤੇ ਸਾਡੇ ਉੱਤੇ ਰਹਿਮਤ ਕਰਕੇ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਕਿ ਭਾਈ ਤੁਸੀਂ ਆਏ ਜੇ, ਹੁਣ ਇਸ ਸਰੋਵਰ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਜਿਹੜਾ ਰਾਮਦਾਸ ਸਰੋਵਰ ਤਿਆਰ ਕੀਤਾ ਹੈ, ਇਸ ਸਰੋਵਰ ਵਿੱਚ ਇਸ਼ਨਾਨ ਕਰੋ। ਇਸ਼ਨਾਨ ਕਰਨ ਤੋਂ ਬਾਅਦ ਫਿਰ ਸ਼ਬਦ ਦੀ ਵਿਚਾਰ ਕਰੋ। ਜਿਹੜਾ ਗੁਰਬਾਣੀ ਦਾ ਸ਼ਬਦ ਅਸੀਂ ਸਰਵਣ ਕਰਦੇ ਹਾਂ, ਉਸ ਸ਼ਬਦ ਦੀ ਵਿਚਾਰ ਕਰੋ, ਉਸ ਸ਼ਬਦ ਨੂੰ ਪੜ੍ਹੋ। ਉਸ ਸ਼ਬਦ ਨੂੰ ਪੜ੍ਹਨ ਤੋਂ ਬਾਅਦ ਵਿਚਾਰ ਕੇ ਤੇ ਉਹਦਾ ਜਿਹੜਾ ਭਾਵ ਅਰਥ ਹੈ, ਜਿੱਦਾਂ ਅਸੀਂ ਸ਼ਾਮ ਦੀ ਕਲਾਸ ਵਿੱਚ ਗਿਆਨੀ ਲਖਬੀਰ ਸਿੰਘ ਜੀ ਹੁਣਾਂ ਪਾਸੋਂ ਸਰਵਣ ਕਰਦੇ ਆ ਨਾ, ਉਸੇ ਤਰ੍ਹਾਂ ਹੀ ਜਿਹੜੀ ਸ਼ਬਦ ਦੀ ਵਿਚਾਰ ਹੈ ਨਾ, ਉਹ ਸਰਵਣ ਕਰਿਆ ਕਰੋ। ਕਿਉਂਕਿ ਸ਼ਬਦ ਦੀ ਵਿਚਾਰ ਤੋਂ ਬਗੈਰ ਮਨੁੱਖ ਜਦੋਂ ਰੋਜ਼ਾਨਾ ਸ਼ਬਦ ਪੜ੍ਹਦਾ ਹੈ ਨਾ, ਤਾਂ ਉਹਦਾ ਸਮਝ ਨਾ ਲੱਗੇ, ਉਹ ਫਿਰ ਫਲ ਨਹੀਂ ਬਖਸ਼ਿਸ਼ ਹੁੰਦਾ। ਜੋ ਫਲ ਪ੍ਰਾਪਤ ਕਰਕੇ ਮਨੁੱਖ ਗੁਰੂ ਦਾ ਸਿੱਖ ਸ਼ਾਂਤੀ ਸਤੋ ਗੁਣ ਵੱਲ ਵੱਧਦਾ ਹੈ। ਸੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਹੇ ਭਾਈ, ਤੁਸੀਂ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਵਿਚਾਰ ਕਰਨ ਤੋਂ ਬਾਅਦ ਜਿਹੜੇ ਗੁਰੂ ਘਰ ਦੇ ਵਿੱਚ ਸਿੱਖ ਆਉਂਦੇ ਨੇ, ਉਹਨਾਂ ਦੀ ਟਹਿਲ ਕਰਨੀ ਹੈ। ਕਿਉਂਕਿ ਇਹ ਅੰਮ੍ਰਿਤਸਰ ਜੋ ਗੁਰੂ ਰਾਮਦਾਸ ਦਾ ਘਰ ਹੈ, ਇਹ ਆਦਿ ਤੀਰਥ ਹੈ। ਇਹ ਬਹੁਤ ਮਹਾਤਮ ਵਾਲਾ ਸਥਾਨ ਹੈ, ਜਿੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਇੱਥੇ ਰਾਮਦਾਸ ਸਰੋਵਰ ਦੀ ਉਸਾਰੀ ਕਰਵਾਈ ਹੈ, ਖੁਦਾਈ ਕਰਵਾ ਕੇ ਇਹਨੂੰ ਇੱਥੇ ਬਣਾਇਆ ਹੈ। ਇੱਥੇ ਆਣ ਕੇ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਆਪਣੇ ਤਨ ਨੂੰ ਪਵਿੱਤਰ ਕਰਨਾ ਹੈ। ਸ਼ਬਦ ਦੇ ਵਿੱਚ ਮਨ ਦਾ ਇਸ਼ਨਾਨ ਕਰਨਾ ਹੈ ਤੇ ਮਨ ਨੂੰ ਗਿਆਨ ਦੇਣਾ ਹੈ। ਸੋ ਇਸ ਤਰ੍ਹਾਂ ਇੱਥੇ ਇਹਨਾਂ ਦੋਨਾਂ ਸਿੱਖਾਂ ਨੂੰ ਜਿਹੜਾ ਵਾ ਉਪਦੇਸ਼ ਦਿੱਤਾ। ਹੁਣ ਅਗਲੀ ਸਾਖੀ ਜਿਹੜੀ ਹੈ, ਉਸ ਵਿੱਚ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ। ਅਸੀਂ ਭਾਈ ਗੁਰਦਾਸ ਜੀ ਦਾ ਇਸ ਵਾਰ ਦੇ ਅੰਦਰ ਜ਼ਿਕਰ ਹੈ ਕਿ ਪੁੱਤ ਸਪੁੱਤ ਕਪੂਰ ਦਿਓ, ਸਿੱਖੈ ਮਿਲਿਆ ਮਨ ਵਿਕਸੰਦਾ। ਭਾਵ ਭਾਈ ਕਪੂਰ ਦੇਵ ਬਹੁਤ ਵੱਡਾ ਸਿੱਖ ਸੀ। ਭਾਈ ਗੁਰਦਾਸ ਜੀ ਇਸ ਬਾਬਤ ਜ਼ਿਕਰ ਕਰਦੇ ਨੇ ਤੇ ਭਾਈ ਮਨੀ ਸਿੰਘ ਜੀ ਨੇ ਇਸ ਸਾਖੀ ਨੂੰ ਬੜਾ ਬਖੂਬੀ ਲਿਖਿਆ ਕਿ ਇਹ ਬੜਾ ਵੱਡਾ ਸਿੱਖ ਸੀ, ਜਿਹਨੇ ਆਪਣੇ ਪੁੱਤਰਾਂ ਤੇ ਉਹਨਾਂ ਦੀਆਂ ਇਸਤਰੀਆਂ, ਭਾਵ ਆਪਣੀਆਂ ਬਹੂਆਂ ਤੇ ਆਪਣੀ ਇਸਤਰੀ ਦੇ ਨਾਲ, ਸਾਰੇ ਪਰਿਵਾਰ ਦੇ ਨਾਲ, ਭਾਵ ਸਮੇਤ ਪਰਿਵਾਰ ਸਿੱਖਾਂ ਨੂੰ ਪ੍ਰਸੰਨ ਹੋ ਕੇ ਮਿਲਦਾ ਸੀ, ਖੁਸ਼ ਹੋ ਕੇ ਮਿਲਦਾ ਸੀ। ਬੜਾ ਚਾਅ ਚੜ੍ਹਦਾ ਸੀ ਉਹਨੂੰ ਕਿ ਸਾਡੇ ਕੋਲ ਸਿੱਖ ਆਏ ਨੇ, ਤੇ ਫਿਰ ਉਹਨਾਂ ਦੀ ਟਹਿਲ, ਉਹਨਾਂ ਦੀ ਸੇਵਾ ਜਿਹੜੀ ਸੀ, ਬੜੀ ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਪ੍ਰਸੰਨਤਾ ਦੇ ਨਾਲ ਕਰਦਾ ਸੀ। ਇੱਕ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬੈਠੇ ਨੇ
ਤੇ ਭਾਈ ਕਪੂਰ ਦੇਵ ਜੀ ਹੱਥ ਜੋੜ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਰਹਿਮਤ ਕਰੋ। ਜੋ ਤੁਹਾਨੂੰ ਪਿਆਰੇ ਸਿੱਖ ਹਨ, ਅਸੀਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ। ਜਿਹੜੇ ਤੁਹਾਡੇ ਸਿੱਖ ਨੇ ਨਾ, ਅਸੀਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਜਿਹੜੇ ਤੁਹਾਡੇ ਪਿਆਰੇ ਨੇ। ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਸ਼ਹਿਬਾਜ਼ਪੁਰ ਵਿੱਚ ਸਾਡਾ ਇੱਕ ਸਿੱਖ ਹੈ ਭਾਈ ਸੰਮਣ, ਜਾਓ ਤੇ ਉਹਦਾ ਦਰਸ਼ਨ ਕਰਕੇ ਆਓ। ਤੇ ਭਾਈ ਕਪੂਰ ਜੀ ਭਾਈ ਸੰਮਣ ਦੇ ਫਿਰ ਗ੍ਰਹਿ ਵਿਖੇ ਗਏ। ਵਾਹਿਗੁਰੂ ਵਾਹਿਗੁਰੂ ਦਾ ਮੰਤਰ ਜਪਦਿਆਂ, ਅਕਾਲ ਅਕਾਲ ਸਿਮਰਦਿਆਂ ਫਿਰ ਇਹ ਭਾਈ ਕਪੂਰ ਜੀ ਭਾਈ ਸੰਮਣ ਦੇ ਘਰ ਪਹੁੰਚੇ ਨੇ। ਜਾ ਕੇ ਕੀ ਤੱਕਦੇ ਨੇ, ਜਿਸ ਤਰ੍ਹਾਂ ਅਸੀਂ ਕਿਸੇ ਦੇ ਗ੍ਰਹਿ ਵਿਖੇ ਜਾਈਏ ਤੇ ਕੋਈ ਨਾ ਕੋਈ ਕੰਮ ਵਿੱਚ ਲੱਗਾ ਹੁੰਦਾ। ਜਦੋਂ ਪਹੁੰਚੇ ਨੇ ਭਾਈ ਸੰਮਣ ਨੂੰ ਜਾ ਕੇ ਮਿਲਦੇ ਨੇ। ਉਹਨਾਂ ਨੇ ਆਓ ਭਗਤ ਕੀਤੀ, ਸੇਵਾ ਕੀਤੀ ਤੇ ਘਰ ਵਿੱਚ ਕੁਝ ਲੱਕੜੀਆਂ ਜਿਹੜੀਆਂ ਸਨ ਮੁੱਲ ਖਰੀਦੀਆਂ, ਉਹ ਲੈ ਕੇ ਆਏ ਸਨ। ਉਹਨਾਂ ਨੂੰ ਸਵਾਰ ਕੇ ਇੱਕ ਘਰ ਦੀ ਨੁੱਕਰ ਤੇ ਸਜਾਉਣ ਲੱਗ ਪਏ। ਸਜਾਉਣ ਤੋਂ ਬਾਅਦ ਫਿਰ ਘਰ ਦੇ ਵਿੱਚ ਤੱਪੜ, ਸ਼ਾਇਦ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਅਜੇ ਵੀ ਜਿਹੜੀਆਂ ਖਾਦ ਦੀਆਂ ਬੋਰੀਆਂ ਆਉਂਦੀਆਂ ਨਾ, ਉਹਨਾਂ ਨੂੰ ਸਿਉਂ ਕੇ ਤੇ ਉਹਦਾ ਤੱਪੜ ਬਣਾਇਆ ਜਾਂਦਾ। ਸ਼ਾਇਦ ਇੱਧਰ ਪੱਲੀ, ਉਹਨੂੰ ਪੱਲੀ ਦਾ ਨਾਮ ਦਿੱਤਾ ਜਾਂਦਾ ਹੋਵੇ। ਉਹ ਤੱਪੜ ਜਿਨ੍ਹਾਂ ਦੀ ਥਾਂ ਹੁਣ ਗੁਰੂ ਘਰਾਂ ਦੇ ਵਿੱਚ ਦਰੀਆਂ ਨੇ ਲੈ ਲਈ। ਘਰਾਂ ਦੇ ਵਿੱਚ ਵੀ ਅਸੀਂ ਉਹ ਦਰੀਆਂ ਵਰਤਣ ਲੱਗ ਪਏ। ਤੇ ਭਾਈ ਸੰਮਣ ਜੀ ਉਹ ਤੱਪੜ ਜਿਹੜਾ ਸੀ ਨਾ, ਉਹਨੂੰ ਸੂਈ ਦੇ ਨਾਲ ਉਹਦੇ ਵਿੱਚ ਧਾਗਾ ਪਾ ਕੇ ਉਹਨੂੰ ਸਿਉਂਦੇ ਪਏ ਨੇ। ਪੁਰਾਣੇ ਸਮਿਆਂ ਵਿੱਚ ਵੀ ਤੁਸੀਂ ਵੇਖਿਆ ਹੋਵੇਗਾ ਸੂਆ, ਤੇ ਉਸ ਸੂਏ ਦੇ ਨਾਲ ਸੇਬਾ ਵਿੱਚ ਪਾ ਕੇ ਉਹ ਤੱਪੜ ਸਿਉਂਦੇ ਗਏ। ਜਿੱਥੇ ਜਿੱਥੇ ਕੋਈ ਪੁਰਾਣਾ ਤੱਪੜ ਲੱਭਾ, ਉਹਨੂੰ ਵੀ ਲਿਆ ਕੇ ਤੇ ਉਸ ਤੱਪੜ ਨੂੰ ਆਪਣੇ ਹੱਥਾਂ ਦੇ ਨਾਲ ਗੰਢਦੇ ਗਏ। ਤੇ ਭਾਈ ਕਪੂਰ ਜੀ ਕੀ ਦੇਖਦੇ ਨੇ ਕਿ ਇਹ ਆਪਣੇ ਕੰਮ ਵਿੱਚ ਮਸਤ ਨੇ, ਤੇ ਜਾ ਕੇ ਦੋਨੋਂ ਹੱਥ ਜੋੜ ਕੇ ਆਖਦੇ ਨੇ ਕਿ ਭਾਈ ਸਾਹਿਬ ਜੀ ਦੇਖੋ, ਸਾਨੂੰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਤੁਹਾਡੇ ਦਰਸ਼ਨਾਂ ਲਈ ਭੇਜਿਆ ਹੈ। ਤੇ ਗੁਰੂ ਸਾਹਿਬ ਕਹਿੰਦੇ ਸਾਨੂੰ ਬੜਾ ਮਹਾਨ ਪੁਰਸ਼ ਹੈ, ਪਰ ਤੁਸੀਂ ਤੇ ਆਪਣੇ ਹੀ ਨਿਕੰਮਿਆਂ ਕੰਮਾਂ ਵਿੱਚ, ਜਿਹੜੇ ਕਿਸੇ ਕੰਮ ਨਹੀਂ ਆਉਣੇ, ਸੰਸਾਰੀ ਧੰਦਿਆਂ ਵਿੱਚ ਜੁੜੇ ਹੋਏ ਜੇ। ਤੁਸੀਂ ਤੇ ਸਾਡੇ ਨਾਲ ਕੋਈ ਗੱਲਬਾਤ ਹੀ ਨਹੀਂ ਕੀਤੀ, ਸਾਡੀ ਆਓ ਭਗਤੀ ਨਹੀਂ ਕੀਤੀ, ਸਾਡੇ ਨਾਲ ਕੋਈ ਗੁਰੂ ਦਾ ਸ਼ਬਦ ਹੀ ਨਹੀਂ। ਇਕੱਲਾ ਖਾਣ ਪੀਣ ਹੀ ਨਹੀਂ ਹੁੰਦਾ, ਗੁਰੂ ਦਾ ਸ਼ਬਦ ਵੀ ਹੁੰਦਾ ਜੋ ਕੰਨਾਂ ਦੇ ਵਿੱਚ ਪਵੇ ਤੇ ਸਿੱਖ ਦੀ ਸਾਂਝ ਬਣ ਜਾਂਦੀ ਹੈ। ਅਸਲ ਵਿੱਚ ਗੁਰਮਤੀਆ ਵੀ ਉਹੀ ਹੈ ਜਿਹੜਾ ਗੁਰੂ ਦੀ ਮੱਤ ਧਾਰਨ ਕਰੇ। ਪਰ ਮੈਂ ਕੀ ਦੇਖਿਆ, ਤੁਸੀਂ ਤੇ ਇਹ ਘਰ ਦੇ ਕੰਮਾਂ ਵਿੱਚ ਹੀ ਲਬਰੇਜ ਹੋ ਗਏ। ਗੁਰੂ ਦਾ ਸਿੱਖ ਆਇਆ ਹੋਵੇ ਤੇ ਸਿੱਖ ਨੂੰ ਚਾਹ ਚੜ ਜਾਣਾ ਚਾਹੀਦਾ। ਤਾਂ ਫਿਰ ਭਾਈ ਕਪੂਰ ਜੀ ਆਖਦੇ ਨੇ ਕਿ ਹੇ ਭਾਈ ਸਾਹਿਬ ਜੀ, ਇਹ ਕੰਮ ਵੀ ਜ਼ਰੂਰੀ ਸੀ, ਅਸੀਂ ਰਾਤ ਨੂੰ ਤੁਹਾਡੇ ਪਾਸ ਜ਼ਰੂਰ ਬੈਠਾਂਗੇ, ਬੈਠ ਕੇ ਗੁਰੂ ਦੀਆਂ ਗੱਲਾਂ ਕਰਾਂਗੇ। ਇਸੇ ਤਰ੍ਹਾਂ ਹੀ ਬਾਅਦ ਵਿੱਚ ਭਾਈ ਸਾਹਿਬ ਰਾਤ ਪੈਂਦੀ ਹੈ, ਆਪਣੇ ਪੁੱਤਰ ਦੇ ਨਾਲ ਬੈਠ ਕੇ ਤੇ ਸਾਰੀ ਰਾਤ ਕੀਰਤਨ ਕਰਦੇ ਨੇ, ਗੁਰੂ ਦਾ ਜਸ ਕਰਦੇ ਨੇ। ਅੰਮ੍ਰਿਤ ਵੇਲਾ ਹੁੰਦਾ, ਜਹਾਰ ਜਸ ਕਰਨ ਤੋਂ ਬਾਅਦ ਜਦੋਂ ਪਹੁ ਫਟਾਲਾ ਸੂਰਜ ਨਿਕਲਦਾ ਏ ਤੇ ਪਿੰਡ ਵਿੱਚ ਇੱਕ ਹੋਕਾ ਆਉਂਦਾ ਏ ਕਿ ਪਿੰਡ ਦੀਆਂ ਗਊਆਂ ਕਿਸੇ ਦੇ ਘਰੋਂ ਸਾਰੀਆਂ ਕੋਈ ਚੋਰ ਚੋਰੀ ਕਰਕੇ ਲੈ ਗਿਆ। ਤੇ ਉਹਨਾਂ ਗਊਆਂ ਨੂੰ ਲੱਭਣ ਵਾਸਤੇ ਫਿਰ ਸਾਰਾ ਪਿੰਡ ਨਿਕਲਦਾ। ਕੁਝ ਕੁ ਸਿਆਣੇ ਲੋਕ ਉਹਨਾਂ ਦੇ ਨਾਲ, ਨੌਜਵਾਨ ਮੁੰਡੇ ਨਿਕਲਦੇ, ਜਿਨ੍ਹਾਂ ਵਿੱਚੋਂ ਫਿਰ ਇਹਨਾਂ ਦਾ ਪੁੱਤਰ ਵੀ ਜਿਹੜਾ ਵਾ ਉਹ ਨਾਲ ਜਾਂਦਾ ਭਾਈ ਸੰਮਣ ਜੀ ਦਾ। ਪਿੱਛੇ ਤੁਰਿਆ ਜਾਂਦਾ ਹੈ। ਰਸਤੇ ਵਿੱਚ ਕੀ ਹੁੰਦਾ ਹੈ ਕਿ ਉਹ ਚੋਰ ਮਿਲਦੇ ਨੇ ਤੇ ਉਹ ਗੋਲੀ ਚਲਾਉਂਦੇ ਨੇ ਤੇ ਉਹ ਗੋਲੀ ਦਾ ਸ਼ਿਕਾਰ ਹੋ ਜਾਂਦਾ। ਭਾਵ ਭਾਈ ਸੰਮਣ ਦਾ ਪੁੱਤਰ, ਉਹਦੇ ਗੋਲੀ ਲੱਗਦੀ ਹੈ ਤੇ ਉਹ ਉੱਥੇ ਮਰ ਜਾਂਦਾ ਹੈ। ਜਦੋਂ ਇਸ ਗੱਲ ਦਾ ਪਤਾ ਚੱਲਦਾ ਹੈ ਤੇ ਭਾਈ ਸੰਮਣ ਜੀ ਘਰ ਵਿੱਚ ਉਹ ਤੱਪੜ ਜਿਹੜਾ ਗੰਢਿਆ ਸੀ ਉਹਨੂੰ ਵਿਛਾ ਦਿੰਦੇ ਨੇ ਧਰਤੀ ਦੇ ਉੱਤੇ। ਫਿਰ ਲੋਕ ਆਉਂਦੇ ਨੇ ਨਗਰ ਦੇ,
ਆਸੇ ਪਾਸੇ ਦੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਸਭ ਆਉਂਦੇ ਨੇ। ਮਨ ਦੇ ਵਿੱਚ ਕੋਈ ਸ਼ਿਕਵਾ ਨਹੀਂ, ਚਿਹਰੇ ਦੇ ਉੱਤੇ ਕੋਈ ਸ਼ਿਕਣ ਨਹੀਂ। ਗੁਰੂ ਦਾ ਭਲਾ ਹੈ ਤੇ ਸਾਰੀਆਂ ਸੰਗਤਾਂ ਦੀ ਸੇਵਾ ਭਾਵਨਾ ਕਰਦਾ ਹੈ। ਹੌਲੀ ਹੌਲੀ ਜਦੋਂ ਸਮਾਂ ਬਣਦਾ ਹੈ ਤੇ ਵਿਬਾਨ ਲੈ ਕੇ ਚੱਲਦੇ ਨੇ। ਚਿਖਾ ਜਿਹੜੀ ਉਹ ਰਚੀ ਜਾਂਦੀ ਹੈ। ਚਿਖਾ ਉਹਨਾਂ ਲੱਕੜੀਆਂ ਦੀ ਜਿਹੜੀਆਂ ਰਾਤ ਮੁੱਲ ਪਹਿਲੇ ਦਿਨ ਮੁੱਲ ਲਿਆ ਕੇ ਤੇ ਘਰ ਵਿੱਚ ਸਜਾ ਕੇ ਰੱਖੀਆਂ ਨੇ, ਉਹ ਲੱਕੜਾਂ ਉਸ ਵਿਬਾਨ ਦੇ ਉੱਤੇ ਪਾਈਆਂ ਜਾਂਦੀਆਂ ਨੇ। ਤੇ ਭਾਈ ਸੰਮਣ ਜੀ ਫਿਰ ਉਸ ਵਿਬਾਨ ਨੂੰ ਆਪਣੇ ਹੱਥੀਂ ਜਿਹੜੀ ਆ ਉਹ ਅਗਨ ਦਿੰਦੇ ਨੇ, ਅੱਗ ਦਿੰਦੇ ਨੇ ਤੇ ਨਾਲ ਨਾਲ ਕੀਰਤਨ ਕਰਦੇ ਨੇ। ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਤੇ ਸੰਸਕਾਰ ਹੋਣ ਤੱਕ ਪ੍ਰਮਾਤਮਾ ਦਾ ਨਾਮ ਜਪਦੇ ਨੇ, ਗੁਰਬਾਣੀ ਦਾ ਕੀਰਤਨ ਕਰਦੇ ਨੇ। ਤੇ ਫਿਰ ਆਣ ਕੇ ਘਰ ਆਣ ਕੇ ਫਿਰ ਸਾਰੇ ਸਿੱਖਾਂ ਨੂੰ, ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਜਦੋਂ ਇਹ ਸਾਰਾ ਕੁਝ ਵੇਖਦੇ ਨੇ ਤੇ ਭਾਈ ਕਪੂਰ ਦੇਵ ਜੀ ਕਹਿੰਦੇ ਨੇ ਕਿ ਭਾਈ ਸੰਮਣ ਜੀ, ਇਹ ਕੀ ਗੱਲ, ਇਹ ਕੀ ਭਾਣਾ? ਕਹਿੰਦੇ ਇਸੇ ਕਰਕੇ ਮੈਂ ਇਕੱਤਰ ਕੀਤਾ ਸੀ, ਮੈਨੂੰ ਪਤਾ ਸੀ ਕਿ ਕੱਲ ਨੂੰ ਪੁੱਤਰ ਦੀ ਮੌਤ ਹੋ ਜਾਣੀ ਹੈ। ਤੇ ਭਾਈ ਕਪੂਰ ਜੀ ਕਹਿੰਦੇ ਕਿ ਜੇ ਤੁਹਾਨੂੰ ਸਭ ਕੁਝ ਪਤਾ ਸੀ, ਤੁਸੀਂ ਜਾਣਦੇ ਸੀ, ਤੇ ਤੁਸੀਂ ਗੁਰੂ ਜੀ ਦੇ ਕੋਲੋਂ ਆਪਣੇ ਪੁੱਤਰ ਨੂੰ ਬਖਸ਼ਾ ਲੈਂਦੇ, ਬੇਨਤੀ ਕਰਦੇ, ਆਰਜ਼ਾ ਮੰਗ ਲੈਂਦੇ। ਤੇ ਭਾਈ ਸੰਮਣ ਜੀ ਨੇ ਕਿਹਾ ਕਿ ਇਹ ਭਾਈ ਗੁਰਸਿੱਖ, ਇਹ ਸਰੀਰ ਅਸਤ ਹੈ, ਇੱਕ ਦਿਨ ਇਹਨੇ ਮਰ ਜਾਣਾ, ਖਤਮ ਹੋ ਜਾਣਾ। ਇਹ ਕੋਈ ਅਚਰਜ ਗੱਲ ਥੋੜੀ ਹੈ। ਇਹ ਤੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਤਾਂ ਸਮਾਂ ਪਤਾ ਨਹੀਂ ਕਦੋਂ ਕਿਹਦੀ ਮੌਤ ਆ ਜਾਣੀ ਹੈ। ਕਈ ਮੌਤਾਂ ਸਾਡੇ ਸਾਹਮਣੇ ਹੋਈਆਂ ਨੇ, ਕਈਆਂ ਨੇ ਮਰਨਾ ਹੈ, ਇੱਕ ਦਿਨ ਅਸੀਂ ਵੀ ਚਲੇ ਜਾਣਾ। ਇਹ ਕੋਈ ਅਚਰਜ ਗੱਲ ਨਹੀਂ। ਸੋ ਉਹ ਮੂਰਖ ਲੋਕ ਨੇ ਜੋ ਸਰੀਰ ਦੇ ਬਿੰਸਿਆਂ ਭਾਵ ਜਦੋਂ ਮਨੁੱਖ ਮਰਦਾ ਹੈ ਤੇ ਸ਼ੋਕ ਕਰਦੇ ਨੇ, ਰੋਂਦੇ ਨੇ। ਗੁਰੂ ਥੀ ਜੇ ਮੰਗਣਾ ਹੈ ਤੇ ਗੁਰੂ ਦੇ ਕੋਲੋਂ ਕੇਵਲ ਨਾਮ ਮੰਗੋ, ਕਿਉਂਕਿ ਗੁਰੂ ਦਾ ਨਾਮ ਜਿਹੜਾ ਹੈ ਉਹ ਮਦਦਗਾਰ ਹੁੰਦਾ ਹੈ, ਸਹਾਇਤਾ ਕਰਦਾ ਹੈ। ਜੇ 4 ਦਿਨ ਮੰਗ ਹੀ ਲਏ ਤੇ ਉਹਦਾ ਕੀ ਮਤਲਬ? ਇੱਕ ਦਿਨ ਤੇ ਫਿਰ ਅੰਤ ਨੂੰ ਇਸ ਸਰੀਰ ਨੇ ਤੁਰੇ ਜਾਣਾ, ਕਿਉਂਕਿ ਇਹ 5 ਤੱਤਾਂ ਤੋਂ ਬਣਿਆ ਹੈ। 5 ਤੱਤਾਂ ਦਾ ਬਣਿਆ ਸਰੀਰ ਇੱਕ ਦਿਨ ਵਿੰਸ ਜਾਣਾ ਹੈ। ਇਹਦੇ ਵਿੱਚ ਆਤਮਾ ਜਿਹੜੀ ਹੈ ਉਹ ਅਮਰ ਹੈ, ਉਹ ਅਮਰ ਹੈ, ਉਹ ਕਦੇ ਵੀ ਮਰਦੀ ਨਹੀਂ। ਇਸ ਲਈ ਇਹ ਭਾਈ, ਇਹਦੇ ਨਾਲ ਮੋਹ ਕਰਨ ਦਾ ਕੀ ਫਾਇਦਾ? ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜੇ ਪੁੱਤਰ ਦੀ ਦਾਤ ਦਿੱਤੀ ਹੈ ਉਹਦਾ ਹੀ ਉਹ ਲੈ ਗਿਆ, ਕੋਈ ਗੱਲ ਨਹੀਂ। ਇੱਥੇ ਸ਼ੋਕ ਮਨਾਉਣ ਦਾ ਕੀ ਮਤਲਬ? ਇਹ ਮੇਰਾ ਕਾਰ ਵਿਹਾਰ ਸੀ ਜੋ ਗੁਰੂ ਨੇ ਲਾਇਆ ਸੀ ਤੇ ਮੈਂ ਇਹ ਨਿਭਾ ਦਿੱਤਾ। ਗੁਰੂ ਦਾ ਬਚਨ ਹੈ ਕਿ ਇਸ ਧਰਤੀ ਦੇ ਉੱਤੇ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਹੈ। ਭਾਵ ਇਹ ਸਰੀਰ ਹੀ ਜਿਹੜਾ ਬਿੰਸਦਾ ਹੈ, ਆਤਮਾ ਸਦਾ ਅਮਰ ਹੈ। ਪਾਵਨ ਵਾਕ ਹੈ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਭਾਈ, ਉਹ ਸਭ ਕੁਝ ਆਪ ਹੀ ਕਰਦਾ ਹੈ। ਇਸ ਲਈ ਮਨ ਦੇ ਵਿੱਚ ਕੋਈ ਸ਼ੋਕ ਨਹੀਂ, ਕੋਈ ਵੈਰਾਗ ਲਿਆਉਣ ਦੀ ਗੱਲ ਨਹੀਂ, ਕੇਵਲ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਭ ਕੁਝ ਉਹਦੇ ਹੁਕਮ ਵਿੱਚ ਹੈ। ਇਹ ਸਰੀਰਾਂ ਦੀ ਉਤਪਤੀ, ਇਹ ਸਭ ਕੁਝ ਉਹਦੇ ਹੁਕਮ ਵਿੱਚ ਹੈ। ਇਹ ਬਿੰਸਦਾ ਹੈ, ਇਹ ਵੀ ਉਹਦੇ ਹੁਕਮ ਵਿੱਚ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਭਾਈ ਕਪੂਰ ਜਦੋਂ ਭਾਈ ਸੰਮਣ ਦੇ ਕੋਲ ਜਾਂਦਾ ਹੈ ਤੇ ਇਹ ਸਾਰਾ ਜਿਹੜਾ ਵਾ ਉਹ ਸਾਖੀ ਇਹਦੇ ਵਿੱਚ ਜ਼ਿਕਰ ਕੀਤਾ ਕਿ ਇਹ ਬਹੁਤ ਮਹਾਤਮਾ ਹੈ। ਸੋ ਸਤਿਗੁਰੂ ਜੀ ਦਾ ਜਿਹੜਾ ਸ਼ਬਦ ਵੀ ਹੈ, ਉਤਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਪਤ ਹੋਵੈ। ਗੁਰਬਾਣੀ ਦਾ ਹੀ ਸ਼ਬਦ ਹੈ। ਸ਼ਬਦ ਤੋਂ ਹੀ ਸਭ ਕੁਝ ਸਾਜਿਆ ਗਿਆ ਹੈ ਤੇ ਸ਼ਬਦ ਹੀ ਸਭ ਕੁਝ ਹੈ। ਸਭ ਕੁਝ ਉਹਦੇ ਹੁਕਮ ਵਿੱਚ ਹੈ। ਸੋ ਅਗਲੀ ਸਾਖੀ ਜਿਹੜੀ ਚੱਲੀ ਹੈ, ਸੰਮਣ ਹੈ ਸ਼ਾਹਬਾਜ਼ਪੁਰ, ਗੁਰਸਿੱਖਾਂ ਦੀ ਸਾਰ ਲਹੰਦਾ। ਇਹੀ ਹੈ ਨਾ, ਜਿਸ ਵਿੱਚ ਵਾਹਿਗੁਰੂ ਜੀ
जोधा जलो तुलसपुर मोहन आलम गंज रहंदा। ये पिछली साल ही रह गई मेरे ख्याल एक। अच्छा जी, हाँ जी, समन वाली साखी ਉਹਦੇ ਵਿੱਚ ਹੀ ਆ ਗਈ ਹੈ। ਤੇ ਅਸੀਂ ਅਗਲੀ ਜਿਹੜੀ ਅਖੀਰਲੀ ਪੰਕਤੀ ਹੈ, ਜੋਧਾ ਜਲੋ ਤੁਲਸਪੁਰ ਮੋਹਨ ਆਲਮ ਗੰਜ ਰਹੰਦਾ। ਇਸ ਸਾਖੀ ਦੇ ਵਿੱਚ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਜਿਹੜਾ ਜੋਧਾ ਹੈ ਨਾ, ਭਾਈ ਜੋਧਾ ਤੇ ਭਾਈ ਜਲੋ, ਇਹ ਤੁਲਸਪੁਰ ਦੇ ਮਸੰਦ ਨੇ, ਤੇ ਭਾਈ ਮੋਹਨ ਤੇ ਆਲਮ ਚੰਦ ਲਾਹੌਰਗੰਜ ਵਿੱਚ ਰਹਿੰਦੇ ਸਨ। ਪੰਜਵੀਂ ਪਾਤਸ਼ਾਹੀ ਵੇਲੇ ਇਹ ਹਜ਼ੂਰ ਦੇ ਟਹਿਲ ਸੇਵਾਕਾਰ ਸੇਵਾ ਕਰਦੇ ਸਨ। ਅੰਮ੍ਰਿਤਸਰ ਆਣ ਕੇ ਗੁਰੂ ਦੀ ਇੱਕ ਇੱਕ ਕੌਡੀ ਜਿਹੜੀ ਆ ਉਹ ਗੁਰੂ ਘਰ ਵਿੱਚ ਅਰਪਣ ਕਰਦੇ ਸਨ, ਤੇ ਇੱਕ ਇੱਕ ਕੌਡੀ ਜਿਹੜੀ ਆ ਗੁਰੂ ਘਰ ਨੂੰ ਅਰਪਣ ਕਰਕੇ ਤੇ ਸੇਵਾ ਕਰਦੇ ਸਨ। ਗੁਰੂ ਪਾਤਸ਼ਾਹ ਜੀ ਨੇ ਇੱਕ ਦਿਨ ਪੁੱਛਿਆ ਤੇ ਕਹਿੰਦੇ ਇਹ ਗੁਰੂ ਘਰ ਦੀ ਕੌਡੀ ਜਿਹੜੀ ਹੈ ਨਾ, ਇਹ ਜਿਹੜੀ ਕਾਰਪੇਟਾ ਹੈ, ਇਹ ਜਿਸ ਤਰ੍ਹਾਂ ਭੋਜਨ ਵਿੱਚ ਮੱਖੀ ਹੈ ਨਾ, ਤੇ ਸਾਰਾ ਭੋਜਨ ਗੁਰੂ ਕੀ ਪਿਆਰੀ ਸੰਗਤ ਇਹਨੂੰ ਹੋਰ ਪਾਸੇ ਨਾ ਲੈ ਜਾਣਾ, ਕਿਉਂਕਿ ਇਹ ਸਾਖੀ ਜਿਹੜੀ ਹੈ ਨਾ, ਕਈ ਵਾਰ ਕੋਈ ਗੁਰੂ ਘਰ ਦਾ ਧਨ ਕੇਵਲ ਧਨ ਖਾਈ ਜਾਂਦਾ ਹੈ, ਪਰ ਉਹ ਸੇਵਾ ਨਹੀਂ ਕਰਦਾ। ਇੱਥੇ ਜਿਹੜਾ ਸਿੱਖਾਂ ਦਾ, ਇਹਨਾਂ ਸਿੱਖਾਂ ਦੀ ਜਿਹੜੀ ਮੁਖਾਰਬਿੰਦ ਤੇ ਭਾਖਾ ਦੱਸੀ ਹੈ ਨਾ ਭਾਈ ਮਨੀ ਸਿੰਘ ਜੀ ਨੇ, ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਜਿਸ ਤਰ੍ਹਾਂ ਭੋਜਨ ਦੇ ਵਿੱਚ ਮੱਖੀ ਪੈ ਜਾਵੇ ਤੇ ਉਹ ਸਵਾਦਲਾ ਨਹੀਂ ਲੱਗਦਾ। ਫਿਰ ਇਸੇ ਤਰ੍ਹਾਂ ਹੀ ਗੁਰੂ ਦੀ ਜਿਹੜੀ ਭੇਟ ਹੈ ਨਾ, ਜਿਹੜੀ ਸਿੱਖਾਂ ਨੇ ਦਿੱਤੀ ਹੈ, ਉਹਦੇ ਵਿੱਚੋਂ ਜੇ ਅਸੀਂ ਆਪਣੇ ਘਰ ਦੇ ਪਦਾਰਥ ਖਰੀਦਣ ਲੱਗ ਜਾਈਏ ਤੇ ਉਹ ਫਿਰ ਉਹ ਪਦਾਰਥ ਜਿਹੜੇ ਨੇ ਉਹ ਸਾਨੂੰ ਨਾਸ ਕਰਦੇ ਨੇ। ਇਸ ਲਈ ਇੱਕ ਦਿਨ ਗੁਰੂ ਕੇ ਹਜ਼ੂਰ ਇਹ ਦੋਨੋਂ ਸਿੱਖ ਰੱਥ ਤੇ ਚੜ੍ਹ ਕੇ ਆਉਂਦੇ ਆ, ਤਾਂ ਰਸਤੇ ਵਿੱਚ ਇੱਕ ਸਰਪ ਮਿਲਦਾ, ਸੱਪ। ਉਹ ਨਾ ਰਸਤੇ ਵਿੱਚ ਸੱਪ ਫਨ ਖਿਲਾ ਕੇ ਖਲੋਤਾ, ਫਨ ਜਿਹੜੀ ਹੈ ਨਾ ਆਪਣੀ ਖਿਲਾਰ ਕੇ ਖਲੋਤਾ। ਇਹ ਦੋਨੋਂ ਸਿੱਖ ਤੁਰੇ ਜਾਂਦੇ ਨੇ ਤੇ ਆਖਦੇ ਨੇ ਕਿ ਕਿਤੇ ਇਹ ਨਾ ਹੋਵੇ ਕਿ ਇਹ ਕਿਸੇ ਨੂੰ ਡਸ ਲਵੇ। ਤੇ ਬੜੇ ਪਿਆਰ ਨਾਲ ਭਾਈ ਮਨੀ ਸਿੰਘ ਜੀ ਲਿਖਦੇ ਨੇ ਕਿ ਬੜੇ ਪਿਆਰ ਦੇ ਨਾਲ ਨਾ ਇਹਨਾਂ ਨੇ ਉਸ ਸਰਪ ਨੂੰ ਆਖਿਆ ਕਿ ਭਾਈ ਜੇ ਤੂੰ ਚਾਹੇ ਤੇ ਅਸੀਂ ਗੁਰੂ ਦੇ ਹਜ਼ੂਰ ਚੱਲੇ ਆ, ਜਾਣਾ ਚਾਹੇ ਤੇ ਆ, ਅਸੀਂ ਤੈਨੂੰ ਲੈ ਜਾਂਦੇ ਆ। ਅਸੀਂ ਦੇਗਾ ਰੱਖਣ ਲੱਗੇ ਆ, ਜੇ ਤੇਰਾ ਮਨ ਕਰੇ ਤੇ ਇਸ ਦੇਗੇ ਵਿੱਚ ਵੜ ਜਾ। ਤੇ ਉਹ ਵਾਕਈ ਉਹ ਉਸ ਦੇਗੇ ਦੇ ਵਿੱਚ ਵੜ ਗਿਆ। ਇਹਨਾਂ ਨੇ ਉੱਤੇ ਢੱਕਣ ਦਿੱਤਾ ਤੇ ਹਜ਼ੂਰ ਦੇ ਕੋਲ ਬੈਠ ਗਏ। ਆਣ ਕੇ ਜਦੋਂ ਨਮਸਕਾਰ ਕੀਤੀ ਤੇ ਪ੍ਰਸ਼ਾਦ ਲੈਣ ਦੀ ਵਾਰੀ ਆਈ ਨਾ, ਤੇ ਇਹਨਾਂ ਨੇ ਪ੍ਰਸ਼ਾਦ ਮੰਗਿਆ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਿੰਨੇ ਜਾਣੇ ਜੇ? ਕਹਿੰਦੇ ਅਸੀਂ 4 ਜਾਣੇ ਆ। ਕਹਿੰਦੇ ਨਹੀਂ, ਤੁਸੀਂ ਆਪਣੇ ਸਿੱਖ ਨੂੰ ਆਖਿਆ ਕਿ ਇਹਨਾਂ ਨੂੰ 5 ਸਿੰਘਾਂ ਦਾ ਪ੍ਰਸ਼ਾਦ ਦਿਓ। ਕਹਿੰਦੇ ਪਾਤਸ਼ਾਹ ਅਸੀਂ 4 ਆ। ਕਹਿੰਦੇ ਨਹੀਂ, ਤੁਹਾਡੇ ਨਾਲ ਇੱਕ ਸਰਪ ਵੀ ਆਇਆ। ਕਹਿੰਦੇ ਹਾਂ ਪਾਤਸ਼ਾਹ, ਇਹ ਰਸਤੇ ਵਿੱਚ ਸੀ, ਸਾਨੂੰ ਇਹ ਸੀ ਕਿ ਆਉਣ ਜਾਣ ਵਾਲੇ ਨੂੰ ਇਹ ਡੰਗ ਨਾ ਦੇ, ਪਰ ਇਹ ਬੜੀ ਫਨ ਖਿਲਾਰ ਕੇ ਖਲੋਤਾ ਸੀ। ਕਹਿੰਦੇ ਕਿ ਇਹਨੂੰ ਤੁਸੀਂ ਜਾਣਦੇ? ਕਹਿੰਦੇ ਨਹੀਂ ਪਾਤਸ਼ਾਹ, ਕਹਿੰਦੇ ਇਹ ਵੀ ਮਸੰਦ ਸੀ। ਇਹ ਕੀ ਕਰਦਾ ਸੀ ਕਿ ਜਿਹੜਾ ਗੁਰੂ ਘਰ ਦੇ ਵਿੱਚ ਕਾਰਪੇਟਾ ਦਸਵੰਧ ਲੈ ਕੇ ਆਉਂਦਾ ਸੀ ਨਾ, ਇਹਨੂੰ ਜਮ੍ਹਾਂ ਕਰਵਾਉਂਦਾ ਸੀ। ਇਹਦੇ ਮਨ ਵਿੱਚ ਅਹੰਕਾਰ ਪੈਦਾ ਹੋ ਗਿਆ ਕਿ ਮੇਰੇ ਤੋਂ ਵੱਡਾ ਕੋਈ ਦਾਨੀ ਨਹੀਂ, ਮੇਰੇ ਤੋਂ ਵੱਡਾ ਕੋਈ ਸੇਵਾਦਾਰ ਨਹੀਂ, ਕਿਉਂਕਿ ਸਾਰੇ ਮੈਨੂੰ ਅਰਪਣ ਕਰਕੇ ਜਾਂਦੇ ਨੇ, ਮੈਂ ਸਪੈਸ਼ਲ ਗੁਰੂ ਦੇ ਘਰ ਵਿੱਚ ਜਾ ਕੇ ਜਿਹੜਾ ਇਹ ਕਾਰਪੇਟਾ ਦੇ ਕੇ ਆਉਣਾ, ਮੇਰੇ ਤੋਂ ਵੱਡਾ ਕੋਈ ਨਹੀਂ। ਇਹਦੇ ਮਨ ਅੰਦਰ ਹੰਕਾਰ ਆ ਗਿਆ। ਇੱਥੇ ਐਸਾ ਹੰਕਾਰ ਆਇਆ ਕਿ ਇਹਨੂੰ ਸਰਪ ਦੀ ਜੂਨ ਜਿਹੜੀ ਆ ਇਹ ਮਿਲ ਗਈ। ਪਾਤਸ਼ਾਹ ਫਿਰ ਇਹ ਸਰਪ ਦੀ ਜੂਨ ਵਿੱਚ ਇੰਨੀ ਸੇਵਾ ਕਰਦਿਆਂ ਵੀ ਕਹਿੰਦੇ ਬਿਲਕੁਲ ਸੇਵਾ ਕਰਨ ਲੱਗਿਆ ਜੇ ਤੁਹਾਡੇ ਮਨ ਵਿੱਚ ਅਹੰਕਾਰ ਆ ਜਾਂਦਾ ਨਾ, ਅਹੰਕਾਰ ਉਤਪੰਨ ਹੁੰਦਾ, ਤੇ ਫਿਰ ਇਸ ਸੰਸਾਰ ਦੇ ਉੱਤੇ ਮਨੁੱਖ ਅਹੰਕਾਰ ਵਸ ਜਿਸ ਤਰ੍ਹਾਂ ਸਾਰੀ ਜ਼ਿੰਦਗੀ ਸਰਪ ਜਿਹੜਾ ਵਾ ਉਹ ਜ਼ਹਿਰ ਉਗਲਦਾ ਹੈ ਨਾ, ਉਸੇ ਤਰ੍ਹਾਂ ਇਹ ਜ਼ਹਿਰ ਉਗਲਦਾ ਹੋਇਆ ਇਹ ਸੇਵਾ ਕਰਦਾ ਹੈ ਤੇ ਇਹਨੂੰ ਜੂਨ ਵੀ ਉਸ ਸਰਪ ਦੀ ਮਿਲਦੀ ਹੈ। ਪਾਤਸ਼ਾਹ ਫਿਰ ਇਹਦਾ ਉਧਾਰ ਕਿਵੇਂ ਕਰਨਾ? ਕਹਿੰਦੇ ਇਸ ਤਰ੍ਹਾਂ ਕਰੋ, ਹੁਣ ਇਹਦਾ ਉਧਾਰ ਹੋਵੇਗਾ। ਇਹ ਹਜ਼ੂਰ ਇਹ ਤੁਹਾਨੂੰ ਮਿਲਿਆ ਵੀ ਤਾਂ ਹੀ ਹੈ। ਇਹ ਚਾਹੁੰਦਾ ਸੀ ਕਿ ਗੁਰੂ ਦਾ ਸਿੱਖ ਕੋਈ ਆਵੇ ਤੇ ਮੈਨੂੰ ਗੁਰੂ ਦੇ ਚਰਨਾਂ ਵਿੱਚ ਲੈ ਕੇ ਜਾਵੇ, ਤਾਂ ਇਹ ਤੁਹਾਨੂੰ ਮਿਲਿਆ। ਹੁਣ
ये सतगुरु रहमत कीती, फिर बचन किया कि सिखो जाओ अमृत सरोवर दे विचों अमृत लैके आओ। वो कटोरा भर के अमृत लिया जाएगा, ये फिर सर्प के शरीर उत्ते उस अमृत के छट्टे मारे गए। फिर वो सर्प जिहड़ा सी अपनी देह त्याग गया, भाव शरीर छड्ड गया। ਤਾਂ सतगुरु ने अखीर बचन किया कि जिहड़ा भी इस अमृतसर के सरोवर विच आण के इशनान करेगा, हरमंदर के दर्शन करेगा, गुरबाणी नूं अपने चित्त विच वसावेगा, ਉਹਦੇ ਸਾਰੇ ਜਿਹੜੇ पाप ने वो नष्ट हो जाएंगे। सो इत्थों तक ये साखी चली है, सतगुरु ने रहमत की है। ते भाई गुरदास जी ने अखीर विच ये गल आखी कि हे भाई, गुरमुख वड्डिया ਵੱਡੇ ਮਸੰਦਾ, ਇਹ ਸਭ ਤੋਂ ਉੱਚੇ ਤੇ ਵੱਡੇ ਗੁਰਮੁਖ ਸਨ, ਜਿਨ੍ਹਾਂ ਨੇ ਰਹਿਮਤ ਕਰਕੇ ਆਪਣੇ ਇਹਨਾਂ ਮਸੰਦਾਂ ਨੂੰ ਇੰਨਾ ਉੱਚਾ ਦਰਜਾ ਦਿੱਤਾ। ਤੇ ਰਹਿਮਤ ਕਰਕੇ ਹੀ ਇਹ ਵੱਡੇ ਮਸੰਦ ਬਣੇ ਨੇ, ਜਿਨ੍ਹਾਂ ਨੂੰ ਗੁਰੂ ਇਹ ਵੱਡੇ ਮਸੰਦ ਬਣੇ ਨੇ, ਭਾਵ ਉੱਚਾ ਜੀਵਨ ਇਹਨਾਂ ਦਾ 1 ਲੱਖ ਉੱਚਾ ਸੀ। ਸੋ ਭਾਈ ਗੁਰਦਾਸ ਜੀ ਨੇ ਇਸ ਵਾਰ ਦੇ ਵਿੱਚ 22ਵੀਂ ਵਾਰ ਦੇ ਵਿੱਚ ਜ਼ਿਕਰ ਕੀਤਾ ਕਿ ਗੁਰੂ ਕੇ ਪਿਆਰਿਓ, ਅਸਲ ਵਿੱਚ ਸਿੱਖ ਉਹ ਨੇ ਜਿਹੜੇ ਉਹਦੇ ਹੁਕਮ ਵਿੱਚ ਨੇ, ਜਿਹੜੀ ਉਹਦੀ ਸੇਵਾ ਭਾਵਨਾ ਕਰਦੇ ਨੇ, ਜਿਹੜਾ ਉਹਦਾ ਨਾਮ ਜਪਦੇ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਕਿਨਕਾ ਮਾਤਰ ਵੀ ਅਹੰਕਾਰ ਨਹੀਂ ਝਲਕਦਾ। ਸੋ ਅਗਲੀ ਪੌੜੀ ਅਸੀਂ ਹੁਣ ਜਿਹੜੀ ਆ 23ਵੀਂ ਪੌੜੀ, ਜਿਸ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਦੇ ਸਨਮੁਖ ਜਿਹੜੇ ਸਿੱਖ ਰਹਿੰਦੇ ਨੇ, ਇੱਕ ਤਾਂ ਮਸੰਦ ਹੋ ਗਏ ਨਾ, ਉਹ ਮਸੰਦ ਜਿਹੜੇ ਕਾਰ ਭੇਟਾ ਲਿਆਉਂਦੇ ਸੀ, ਭਾਵ ਜਿੱਦਾਂ ਬੜੌਦੇ ਦੀ ਸੰਗਤ ਹੈ ਤੇ ਇੱਥੋਂ ਇੱਕ ਸਿੰਘ ਨੂੰ ਅਸੀਂ ਆਖੀਏ ਕਿ ਭਾਈ ਤੂੰ ਗੁਰੂ ਦਰਬਾਰ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਚੱਲਿਆ ਤੇ ਆ ਅਸੀਂ ਦਸਵੰਧ ਰੱਖਿਆ, ਇਹ ਲੈ ਕੇ ਜਾਈ। ਉਹ ਫਿਰ ਕੀ ਕਰਦਾ ਕਿ ਜਿੰਨੀ ਕੁ ਸਿੱਖ ਸੰਗਤਾਂ ਦਾ ਦਸਵੰਧ ਹੈ ਉਹ ਇਕੱਠਾ ਕਰਕੇ ਲੈ ਕੇ ਜਾਂਦਾ। ਜਿਹੜਾ ਤੇ ਸਹੀ ਸਲਾਮਤ ਪਹੁੰਚਾਊਗਾ ਉਹ ਗੁਰੂ ਦੇ ਹਜ਼ੂਰੀ ਜਿਹੜੇ ਮਸੰਦ ਨੇ ਉਹ ਚੰਗੇ ਮਸੰਦ ਨੇ, ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਉੱਚੀ ਇਖਲਾਕ ਵਾਲੇ। ਪਰ ਜਿਹੜੇ ਉਸ ਅਮਾਨਤ ਦੇ ਵਿੱਚ ਖਿਆਨਤ ਪਾਉਣਗੇ, ਭਾਵ ਉਹਦੇ ਵਿੱਚੋਂ ਕੁਝ ਧਨ ਕੱਢ ਕੇ ਆਪਣੇ ਐਸ਼ੋ ਆਰਾਮਲੀ ਰਸਤੇ ਵਿੱਚ ਖਰਚ ਲੈਣ ਕਿ ਕੋਈ ਨਹੀਂ ਭਾਈ ਮੈਂ ਗੁਰੂ ਦੇ ਕੰਮ ਵਾਸਤੇ ਚੱਲਿਆ, ਫਿਰ ਉਹਦਾ ਉਹ ਸੇਵਾ ਫਲਦਾਇਕ ਨਹੀਂ ਹੋਵੇਗੀ ਉਹਦੀ ਸੇਵਾ। ਇਹ ਉਸ ਤਰ੍ਹਾਂ ਦੇ ਮਸੰਦ ਸਨ ਜਿਹੜੇ ਸਨਮੁਖ ਸਨ। ਹੁਣ ਇੱਥੇ ਸਨਮੁਖ ਸਿੱਖ ਵੀ ਆਏ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਕੋਲ ਰਹੇ ਨੇ। ਜਿੱਦਾਂ ਹੁਣ ਕੋਈ ਵੀ ਗੁਰੂ ਘਰ ਦੇ ਵਿੱਚ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਿਹੜਾ ਉਹ ਸੇਵਾ ਕਰਦੇ ਨੇ, ਉੱਥੇ ਰਹਿ ਕੇ ਸੇਵਾ ਕਰਦੇ ਨੇ। ਕੁਝ ਇੱਥੋਂ ਹੀ ਦੂਰੋਂ ਹੀ ਜਿਹੜੀ ਆਪਣੀ ਕਾਰ ਭੇਟਾ ਜਿਹੜੀ ਆ ਉਹਦੇ ਵਿੱਚੋਂ ਕਿਰਤ ਕਰਦਿਆਂ ਹੋਇਆਂ ਭੇਟਾ ਕੱਢਦੇ ਨੇ, ਕੁਝ ਆਪਣੇ ਜੀਵਨ ਦਾ ਦਸਵੰਧ ਕੱਢ ਦਿੰਦੇ ਨੇ ਕਿ ਅਸੀਂ 10 ਸਾਲ ਮਾਫ ਕਰਨਾ 10 ਦਿਨ ਉੱਥੇ ਰਹਿ ਕੇ ਸੇਵਾ ਕਰਾਂਗੇ, 15 ਦਿਨ ਰਹਿ ਕੇ ਕਰਾਂਗੇ। ਕਈ ਜ਼ਿਆਦਾ ਸਮਾਂ ਕੱਢਦੇ ਨੇ। ਉਹਨਾਂ ਵਿੱਚੋਂ ਭਾਈ ਗੁਰਦਾਸ ਜੀ ਨੇ ਇਸ 23ਵੀਂ ਵਾਰ ਦੇ ਵਿੱਚ ਜਿਹੜੇ ਨੇ ਉਹ ਸਨਮੁਖ ਸਿੱਖ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਮੂਲ ਪਾਠ ਕਰਾਂਗੇ, ਜੇ ਸਮਾਂ ਹੋਇਆ ਤੇ ਫਿਰ ਜ਼ਰੂਰ ਅਸੀਂ ਵਿਚਾਰ ਕਰਾਂਗੇ, ਕਿਉਂਕਿ ਸਾਡੇ ਕੋਲ 7 ਮਿੰਟ ਨੇ। ਭਾਈ ਗੁਰਦਾਸ ਜੀ ਇਸ ਵਾਰ ਦੇ ਅੰਦਰ, ਇਸ ਪੌੜੀ ਦੇ ਅੰਦਰ 11ਵੀਂ ਵਾਰ ਦੀ ਇਸ 23ਵੀਂ ਪੌੜੀ ਦੇ ਅੰਦਰ ਜ਼ਿਕਰ ਕਰਦੇ ਨੇ, ਢੇਸੀ ਜੋਧ ਉਸੰਗ ਹੈ, ਗੋਇੰਦ ਗੋਲਾ ਹੱਸ ਮਿਲੰਦਾ, ਮੋਹਣ ਕੁੱਕ ਵਖਾਣੀਐ, ਟੁੱਟੇ ਜੋਧੇ ਜਾਮ ਸੁਹੰਦਾ, ਮਾਨੂ ਪੰਨੂ ਪ੍ਰਵਾਨ ਹੈ, ਪੀ ਰਾਣਾ ਗੁਰ ਭਾਏ ਚਲੰਦਾ, ਹਮਜਾ ਜੱਜਾ ਜਾਣੀਐ, ਬਾਲਾ ਮਰਵਾਹਾ ਵਿਗਸੰਦਾ, ਨਿਰਮਲ ਨਾਨੂ ਉਹਰੀ, ਨਾਲ ਸੂਰੀ ਚੌਧਰੀ ਰਹੰਦਾ, ਪਰਬਤ ਕਾਲਾ ਮਿਹਰਾ, ਨਾਲ ਨਿਹਾਲੂ ਸੇਵ ਕਰੰਦਾ, ਕੱਕਾ ਕਾਲੂ ਸੂਰਮਾ, ਕਦ ਰਾਮਦਾਸ ਬਚਨ ਮਨੰਦਾ, ਸੇਠ ਸੁਭਾਗਾ ਚੂਣੀਅਹੋਂ, ਆਰੋੜੇ ਭਾਗ ਉਗਵੰਦਾ, ਸਨਮੁਖ ਇੱਕ ਦੂ ਇੱਕ ਚੜੰਦਾ।
ਕਮਾਲ ਦੀ ਗੱਲ ਹੈ ਨਾ। ਭਾਈ ਗੁਰਦਾਸ ਜੀ ਕਹਿੰਦੇ ਸਨਮੁਖ ਇੱਕ ਦੂ ਇੱਕ ਚੜੰਦਾ। ਇਹ ਜਿਹੜੇ ਗੁਰੂ ਦੇ ਸਨਮੁਖ ਸਿੱਖ ਨੇ ਨਾ, ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਸਿੱਖ ਨੇ। ਇਹ ਨਹੀਂ ਕਿ ਜੇ ਇੱਕ ਦੀ ਗੱਲ ਕੀਤੀ ਤੇ ਇੱਕੋ ਹੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਵੀ ਇੱਥੇ ਜਿਹੜੇ ਸਨਮੁਖ ਸਿੱਖ ਨੇ ਇਹ ਇੱਕ ਤੋਂ ਇੱਕ ਚੜ੍ਹੰਦੀਆਂ ਵਾਲੇ ਨੇ। ਇਹ ਤੇ ਗੁਰੂ ਦੇ ਇੰਨੇ ਸਨਮੁਖ ਸਿੱਖ ਹੋਏ ਨੇ ਜਿਹੜੇ ਇਸ ਸੰਸਾਰ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੱਗ ਕੇ, ਗੁਰੂ ਸਾਹਿਬ ਦੀ ਸੇਵਾ ਵਿੱਚ ਲੱਗ ਕੇ ਜਿਹੜਾ ਵਾ ਉਹ ਸਦਾ ਸਨਮੁਖ ਰਹਿ ਕੇ ਤੇ ਆਪਣੇ ਜੀਵਨ ਦੇ ਇੱਕ ਇੱਕ ਪਲ ਨੂੰ ਗੁਰੂ ਅਨੁਸਾਰ ਚਲਾਉਂਦੇ ਹਨ। ਇਸ ਵਿੱਚ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਮੈਂ ਕੀ ਹੈ ਕਿ ਵਿਚਾਰ ਨਹੀਂ ਕਰਾਂਗਾ ਕਿਉਂਕਿ ਸਮਾਂ ਥੋੜਾ ਹੈ। ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਇਹਦੇ ਵਿੱਚ ਸਿੱਖ ਆਏ ਨੇ ਉਹਨਾਂ ਦੇ ਨਾਮ ਆਪ ਜੀ ਦੇ ਸਾਹਮਣੇ ਜਿਹੜਾ ਉਹ ਰੱਖੇ ਜਾਣ। ਪਹਿਲਾ ਸਭ ਤੋਂ ਹੈ ਭਾਈ ਢੇਸੀ, ਢੇਸੀ ਜੋਧ ਇੱਕ ਤੇ ਭਾਈ ਢੇਸੀ ਤੇ ਦੂਸਰਾ ਹੈ ਭਾਈ ਜੋਧਾ ਸੰਗੀ। ਇਹ ਬ੍ਰਾਹਮਣ ਹੋਏ ਨੇ, ਬ੍ਰਾਹਮਣ। ਵੇਖੋ ਹੁਣ ਕੋਈ ਬ੍ਰਾਹਮਣ ਆ ਜਾਵੇ ਨਾ ਤੇ ਹੁਣ ਅਸੀਂ ਮਸਲਾ ਹੀ ਖੜੇ ਕਰ ਦਿੰਦੇ ਹਾਂ ਕਿ ਭਾਈ ਸਾਡਾ ਜਿਹੜਾ ਮਿਲ ਵਰਤਣਾ ਉਹ ਪੰਡਤਾਂ ਦੇ ਨਾਲ ਨਹੀਂ ਹੋਣਾ ਚਾਹੀਦਾ। ਪਰ ਇੱਥੇ ਤੇ ਗੁਰੂ ਘਰ ਦੇ ਕੋਲ ਵੀ ਬ੍ਰਾਹਮਣ ਆਣ ਕੇ ਸੇਵਾ ਕਰਦੇ ਨੇ। ਇੱਥੇ ਉੱਚੀ ਇਖਲਾਕ ਦੀ ਜਿਹੜੀ ਆ ਜੀਵਨ ਦੀ ਝਲਕ ਹੈ। ਇੱਥੇ ਜਾਤ ਪਾਤ ਰੰਗ ਭੇਦ ਨਸਲ ਦੀ ਕੋਈ ਗੱਲ ਨਹੀਂ। ਇੱਥੇ ਤੇ ਜਾਤ ਪਾਤ ਨੂੰ ਥਾਂ ਹੀ ਨਹੀਂ। ਇੱਥੇ ਤੇ ਕੇਵਲ ਇਖਲਾਕ ਹੈ, ਤੁਹਾਡਾ ਜੀਵਨ ਕਿਸ ਤਰ੍ਹਾਂ ਦਾ। ਜੇ ਤੁਹਾਡਾ ਜੀਵਨ ਚੰਗਾ ਹੈ ਤੇ ਗੁਰੂ ਆਪਣੀ ਬਾਹਾਂ ਵਿੱਚ ਲੈ ਕੇ ਤੇ ਆਪਣਾ ਸ਼ਬਦ ਸਾਡੀ ਜ਼ੁਬਾਨ ਉੱਤੇ, ਸਾਡੀ ਰਸਨਾ ਉੱਤੇ ਰੱਖ ਦਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹਦੇ ਵਿੱਚ ਇਹ ਦੋਨੋਂ ਬ੍ਰਾਹਮਣ ਨੇ ਤੇ ਇਹਨਾਂ ਦੇ ਵਿੱਚ ਇੱਕ ਗੋਇੰਦ ਜਿਹੜਾ ਉਹਨਾਂ ਦਾ ਦਾਸ ਹੈ ਉਹ ਜਿਹੜਾ ਹੱਸ ਕੇ ਮਿਲਦਾ। ਤੀਸਰਾ ਅੱਗੇ ਆ ਗਿਆ ਜੀ ਭਾਈ ਮੋਹਨ, ਕੁੱਕ ਜਾਤ ਦਾ ਕਹੀਦਾ। ਅੱਗੇ ਆ ਗਿਆ ਜੀ ਫਿਰ ਇੱਕ ਤੇ ਜੋਧ ਆਇਆ, ਹੁਣ ਅੱਗੇ ਜੋਧ ਅਤੇ ਨਾਲ ਹੀ ਜਾਮ। ਇਹ ਟੁੱਟੇ ਸੰਗਈਆ ਵਾਲੇ, ਭਾਵ ਜਿਸ ਤਰ੍ਹਾਂ ਬੈਲ ਨਹੀਂ ਹੁੰਦੇ, ਬੈਲ ਉਸ ਤਰ੍ਹਾਂ ਦੇ ਜਵਾਨ ਸਿੱਖ ਸਨ। ਹੁਣ ਵੀ ਪੰਜਾਬ ਵਿੱਚ ਚਲੇ ਜਾਓ ਨਾ, ਕਈਆਂ ਦੇ ਕੋਲ ਬੜੇ ਬੜੇ ਵਧੀਆ ਬੈਲ ਨੇ ਜਿਹੜੇ ਹੱਕਦੇ ਨੇ, ਜਿਹੜੇ ਪੈਲੀ ਨੂੰ ਪੁੱਟਦੇ ਨੇ। ਹੁਣ ਰੇਸਾਂ ਵਿੱਚ ਉਹਨਾਂ ਨੂੰ ਜਿਹੜਾ ਦਿਖਾਉਣ ਲੱਗ ਪਏ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੇ ਸਡੌਲ, ਉਹਨਾਂ ਦੇ ਸਰੀਰ ਇੰਨੇ ਉੱਚੇ ਕੱਦ ਕਾਠ ਵਾਲੇ ਕਿ ਉਹ ਇਸ ਤਰ੍ਹਾਂ ਲੱਗਦੇ ਜਿਸ ਤਰ੍ਹਾਂ ਉਹ ਖੇਤਾਂ ਵਿੱਚ ਖੇਤੀ ਕਰਨ ਵਾਲੇ ਬੈਲ ਨੇ, ਬੜੇ ਬੜੇ ਉੱਚੇ ਲੰਮੇ ਜਵਾਨ। ਇਸ ਤਰ੍ਹਾਂ ਦੇ ਦੋਵੇਂ ਜਿਹੜੇ ਗੁਰੂ ਦੇ ਸਿੱਖ ਨੇ। ਅੱਗੇ ਆ ਗਿਆ ਤੀਜੀ ਪੰਕਤੀ ਵਿੱਚ ਮੰਝ, ਭਾਈ ਮੰਝ ਜੀ। ਪੰਨੂ, ਭਾਈ ਪੰਨੂ ਜੀ ਪ੍ਰਵਾਨ ਸਿੱਖ ਹੋਏ ਨੇ। ਭਾਈ ਪਿਰਾਣਾ ਜੀ ਜਿਹੜੇ ਗੁਰੂ ਦੀ ਰਜਾ ਵਿੱਚ ਚੱਲਦੇ ਨੇ। ਭਾਈ ਜੱਜਾ ਜੀ, ਭਾਈ ਹਮਜਾ ਜੀ ਇਹ ਬੜੇ ਭਗਤ ਹੋਏ ਨੇ। ਭਾਈ ਬਾਲਾ ਜੀ ਇਹ ਖੱਤਰੀ ਜਾਤ ਦੇ ਨੇ। ਭਾਈ ਉਹਰੀ ਜੀ, ਭਾਈ ਨਾਨੋ ਜੀ, ਭਾਈ ਨਾਨੋ ਜੀ ਨਿਰਮਲ। ਵਾਹ ਕਿਆ ਬਾਤ ਹੈ ਭਾਈ, ਭਾਈ ਗੁਰਦਾਸ ਜੀ ਨੇ ਕਮਾਲ ਕੀਤੀ ਹੈ। ਫਿਰ ਨਾਲ ਹੀ ਭਾਈ ਸੂਰੀ ਜੀ ਇਹ ਵੀ ਚੌਧਰੀ ਨੇ ਤੇ ਰਹਿ ਕੇ ਸਨਮੁਖ ਸੇਵਾ ਕੀਤੀ, ਇਹ ਸਨਮੁਖ ਸਿੱਖ ਨੇ। ਫਿਰ ਭਾਈ ਕਾਲਾ ਜੀ ਮਹਿਰਾ ਇਹ ਪਹਾੜੀ ਇਲਾਕੇ ਦੇ ਸਨ। ਨਿਹਾਲੂ ਜੀ ਇਹ ਗੁਰੂ ਦੀ ਸੇਵਾ ਕਰਨ ਵਾਲੇ ਸਨ। ਭਾਈ ਕਾਲੂ ਜੀ ਇਹਦੇ ਨਾ ਵਾਲ ਜਿਹੜੇ ਸਨ, ਭਾਈ ਗੁਰਦਾਸ ਜੀ ਕਹਿੰਦੇ ਇਹਦੇ ਵਾਲ ਕੱਕੇ ਸਨ, ਇਸ ਕਰਕੇ ਇਹਦਾ ਨਾਂ ਹੀ ਭਾਈ ਕਾਲੂ ਜੀ ਪਾ ਦਿੱਤਾ। ਰਿਸ਼ਟ ਪੁਸ਼ਟ ਹੈ। ਹਾਂ, ਭਾਈ ਕੱਕਾ ਕਾਲੂ ਜੀ। ਅਤੇ ਰਾਮਦਾਸ ਇਹ ਵੀ ਗੁਰੂ ਘਰ ਦਾ ਸਿੱਖ ਹੋਇਆ ਹੈ, ਆਗਿਆਕਾਰੀ ਸਿੱਖ। ਫਿਰ ਅੱਗੇ ਸੇਠ, ਸੁਭਾਗਾ ਸੇਠ, ਭਾਰਾ ਮੱਲ, ਉਗਵੰਦਾ ਇਹ ਤਿੰਨ ਚੂਹਣੀ ਗ੍ਰਾਮ ਦੇ, ਚੂਹਣੀ ਪਿੰਡ ਦੇ ਸਨ ਤੇ ਜਾਤ ਦੇ ਅੜੂੜੇ ਸਨ। ਇਹ ਸਿੱਖ ਨੇ। ਇਹ ਸਾਰੇ ਜਿਹੜੇ ਸਿੱਖ ਨੇ ਨਾ ਇੱਕ ਤੋਂ ਇੱਕ ਵਧੇਕ ਭਗਤੀ ਵਾਲੇ ਨੇ, ਸੇਵਾ ਵਾਲੇ ਨੇ, ਭਾਵਨਾ ਵਾਲੇ ਨੇ। ਇਹਨਾਂ ਦਾ ਇਖਲਾਕ ਬੜਾ ਉੱਚਾ ਹੈ। ਸੋ ਮੈਂ ਅੱਜ ਇਸ ਦੀ ਵਿਚਾਰ ਨਹੀਂ ਆਰੰਭ ਕਰਾਂਗਾ, ਅਸੀਂ ਕੱਲ ਨੂੰ ਇਹਦੀ ਵਿਚਾਰ ਜਿਹੜੀ ਸਰਵਣ ਕਰਾਂਗੇ, ਕਿਉਂਕਿ ਇੱਕ ਤੋਂ ਇੱਕ ਚੜ੍ਹੰਦੀਆਂ ਭਾਈ ਇਹ ਤੇ ਬੜੇ ਬੜੇ
ਉੱਚੇ ਉੱਚੇ ਅਖਲਾਕ ਦੇ ਸਿੱਖ ਨੇ ਤੇ ਇਹਨਾਂ ਦੀ ਇੱਕ ਇੱਕ ਸਿੱਖ ਦੀ ਜਿਹੜੀ ਆ ਅਸੀਂ ਵਿਚਾਰ ਬੜੇ ਧਿਆਨ ਦੇ ਨਾਲ ਪਿਆਰ ਦੇ ਨਾਲ ਕਰਨਾ ਹੀ ਹੈ। ਸੋ ਅਸੀਂ ਇਹਦੀ ਵਿਚਾਰ ਜ਼ਰੂਰ ਕਰਾਂਗੇ। ਇੱਕ ਮੈਸੇਜ ਆਇਆ ਹੈ। ਅੱਛਾ ਜੀ, ਆਈ ਹੈ ਬੇਨਤੀ ਆਈ ਹੈ ਕਿ ਬਾਬਾ ਬੁੱਢਾ ਜੀ ਬਾਰੇ ਵੀ ਵਿਚਾਰ ਕਰੋ ਜ਼ਰੂਰ। ਅਸੀਂ ਕਿਸੇ ਦਿਨ ਉਹਨਾਂ ਦੀ ਵੀ ਸ਼ਾਇਦ ਅਗਲੀਆਂ ਵਾਰਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆ ਜਾਵੇ। ਨਿਕਲ ਗਿਆ ਸ਼ਾਇਦ ਵਿਚਾਰ ਭਾਈ ਸਾਹਿਬ ਹੁਣਾਂ ਨੇ ਕਰ ਦਿੱਤੀ ਹੈ, ਭਾਈ ਲਖਬੀਰ ਸਿੰਘ ਜੀ ਹੁਣਾਂ ਨੇ। ਫਿਰ ਵੀ ਅਸੀਂ ਇੱਕ ਦਿਨ ਵੱਖਰੀ ਜਿਹੜੀ ਆ ਉਹ ਕਲਾਸ ਦੇ ਵਿੱਚ ਜ਼ਰੂਰ ਬਾਬਾ ਬੁੱਢਾ ਜੀ ਦੇ ਜੀਵਨ ਬਾਰੇ, ਹਾਂ ਇਹ ਬਾਬਾ ਬੁੱਢਾ ਜੀ ਦਾ ਸਾਲਾਨਾ ਜੋੜ ਮੇਲਾ ਵੀ ਆ ਰਿਹਾ ਤੇ ਅਸੀਂ ਉਸ ਦਿਨ ਹੀ ਜਿਹੜੀ ਉਹਦੀ ਵਿਚਾਰ ਜ਼ਰੂਰ ਕਰਾਂਗੇ, ਕਿਉਂਕਿ ਇਤਿਹਾਸਕ ਦਿਨ ਉੱਤੇ ਅਸੀਂ ਜਿਹੜੀ ਆ ਉਹ ਵਿਚਾਰ ਇਤਿਹਾਸ ਦੀ ਜ਼ਰੂਰ ਕਰਿਆ ਕਰਾਂਗੇ। ਸੋ ਜਿਸ ਦਿਨ ਬਾਬਾ ਬੁੱਢਾ ਜੀ ਦਾ ਉਹ ਇਤਿਹਾਸੀ ਦਿਨ ਹੈ ਰਮਦਾਸ ਦੀ ਧਰਤੀ ਉੱਤੇ, ਉਹ ਅਸੀਂ ਜ਼ਰੂਰ ਉਸ ਦਿਨ ਅਸੀਂ ਵਿਚਾਰ ਆਪ ਜੀ ਦੇ ਨਾਲ ਰੱਖਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੋਸ਼ਿਸ਼ ਕਰਿਆ ਕਰੋ ਕਿ ਇਹ ਵਾਰਾਂ ਜਿਹੜੀਆਂ ਨੇ ਆਈ ਗ੍ਰੰਥ ਦੇ ਉੱਤੇ ਜ਼ਰੂਰ ਇੱਕ ਵਾਰੀ ਪੜ੍ਹਿਆ ਕਰੋ, ਕਿਉਂਕਿ ਘਰਾਂ ਵਿੱਚ ਪੋਥੀਆਂ ਨਹੀਂ ਹੁੰਦੀਆਂ, ਪਰ ਇੱਕ ਐਪ ਹੈ ਮੋਬਾਇਲ ਦੇ ਉੱਤੇ ਆਈ ਗ੍ਰੰਥ, ਉਹਦੇ ਵਿੱਚ ਅਸੀਂ ਇਸ ਨੂੰ ਖੋਲ੍ਹ ਕੇ ਤੇ ਅਸੀਂ ਇਹ ਵਾਰ ਜਿਹੜੀ ਉਹ ਪੜ੍ਹ ਸਕਦੇ ਹਾਂ। ਥੋੜ੍ਹਾ ਜਿਹਾ ਤਿਆਰੀ ਕਰਕੇ ਆਇਆ ਕਰੀਏ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਤੇ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਹੜੇ ਕਿਹੜੇ ਸਿੱਖ ਦਾ ਜ਼ਿਕਰ ਆ ਰਿਹਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸੰਗਤ ਇਸੇ ਤਰ੍ਹਾਂ ਹੀ ਜੁੜ ਕੇ ਲਾਹਾ ਲੈ ਸਕੇ। ਸੋ ਆਓ ਅੰਤ ਵਿੱਚ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਕਿ ਅੱਜ ਦੀ ਕਲਾਸ ਬਾਰੇ ਕੋਈ ਸਵਾਲ ਹੋਵੇ ਤੇ ਜ਼ਰੂਰ ਆਪ ਜੀ ਜਿਹੜਾ ਵਾ ਉਹ ਪੁੱਛ ਸਕਦੇ ਜੇ ਜੀ। ਤੁਹਾਡੇ ਮੈਕ ਜਿਹੜੇ ਨੇ ਉਹ ਆਨ ਹੋ ਚੱਲੇ ਨੇ। ਭਾਈ ਲਖਬੀਰ ਸਿੰਘ ਜੀ ਮੈਕ ਜਿਹੜੇ ਆਨ ਕਰ ਦਿੱਤੇ। ਹਾਂਜੀ ਆਉਣਾ ਜੀ ਮੈਕ। ਜੇ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਜ਼ਰੂਰ ਪੁੱਛ ਸਕਦੇ ਹੋ। ਵਾਹਿਗੁਰੂ ਜੀ, ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਪੁੱਛ ਸਕਦੇ ਆ, ਨਹੀਂ ਤੇ ਫਿਰ ਅਸੀਂ ਕਲਾਸ ਦੀ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਨੂੰ ਇਹ ਜਾਣਨਾ ਸੀਗਾ ਕਿ ਜਪਜੀ ਸਾਹਿਬ ਦੀ ਵਿਆਖਿਆ ਤੁਸੀਂ ਕਰ ਚੁੱਕੇ ਹੋ? ਹਾਂਜੀ, ਜਪਜੀ ਸਾਹਿਬ ਦੀ ਵਿਆਖਿਆ ਹੋ ਚੁੱਕੀ ਹੈ ਜੀ। ਤੇ ਜੇ ਤੁਸੀਂ ਵੇਖਣੀ ਹੈ ਜੇ ਤੇ ਵਾਪਸ ਸਾਨੂੰ ਸੁਣਨੀ ਹੋਵੇ ਜੋ YouTube ਦੀ ਜਿਹੜਾ ਲਿੰਕ ਆ ਨਾ, ਉਹ ਤੁਸੀਂ ਆਪਣਾ ਨੰਬਰ ਜਿਹੜਾ ਵਾ ਉਸ ਨੰਬਰ ਤੋਂ WhatsApp ਵਾਹਿਗੁਰੂ ਲਿਖ ਕੇ ਭੇਜ ਦਿਓ। ਇਹ ਨੰਬਰ ਲਿਖ ਲਓ ਜੀ ਤੁਸੀਂ। ਹਾਂਜੀ, ਇੱਕ ਆਪਣਾ ਨੰਬਰ ਨੋਟ ਕਰ ਲਵੋ ਤੇ ਤੁਹਾਡੇ WhatsApp ਗਰੁੱਪ ਦੇ ਉੱਤੇ ਜਿਹੜਾ ਵਾ ਉਹ ਸਾਰੇ ਦੇ ਸਾਰੇ ਲਿੰਕ ਭੇਜ ਦਿੱਤੇ ਜਾਣਗੇ। ਮੈਂ ਮੇਰਾ ਨੰਬਰ ਦੱਸਾਂ? ਹਾਂਜੀ ਲਿਖੋ ਜੀ, 9915 52053। ਹਾਂਜੀ ਹਾਂਜੀ ਲਿਖ ਲਿਆ ਭੈਣ ਜੀ? ਹੈਗਾ 9915252053। 54 ਲਾਸਟ ਤੇ। 54 ਹਾਂਜੀ ਲਾਸਟ ਤੇ। 991 ਹਾਂਜੀ 5252 ਹਾਂਜੀ 054। ਹਾਂਜੀ ਬਿਲਕੁਲ ਜੀ। ਤੁਸੀਂ ਇਹਦੇ ਤੇ ਜਿਹੜਾ WhatsApp ਕਰ ਦਿਓ, ਤੁਹਾਨੂੰ ਸਾਰੀ ਕਲਾਸ ਜਿਹੜੀਆਂ ਜਪਜੀ ਸਾਹਿਬ ਦੀ ਸੰਥਿਆ ਦੀਆਂ ਹੋਈਆਂ ਨੇ ਉਹ ਤੁਹਾਨੂੰ YouTube ਦੇ ਸਾਰੇ ਲਿੰਕ ਸੈਂਡ ਕਰ ਦਿਆਂਗੇ। ਤੁਸੀਂ ਉਹ ਇੱਕ ਇੱਕ ਕਰਕੇ ਫਿਰ ਲੜੀਵਾਰ ਸੁਣ ਲਿਓ ਜੀ। ਹਾਂਜੀ ਜੀ। ਹਾਂਜੀ, ਹੋਰ ਕਿਸੇ ਨੇ ਕੋਈ ਪੁੱਛਣਾ ਹੋਵੇ ਭਾਈ ਸਾਹਿਬ ਜੀ? ਠੀਕ ਆ ਜੀ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।